मनोरथ प्रभ ते पाए, कंठ लाए गुर राखे। धन गुरु अर्जन देव महाराज जी महान किरपा कर रहे ने। सगल मनोरथ प्रभ ते पाए, कंठ लाए गुर राखे। ਜਿਹੜਾ ਉਸ ਮਾਲਕ ਵਾਹਿਗੁਰੂ 'ਤੇ ਪੂਰਨ ਭਰੋਸਾ ਰੱਖ ਕੇ ਸਤਿਗੁਰਾਂ ਨੂੰ ਯਾਦ ਕਰਦਾ ਹੈ ਅਤੇ ਪਰਮੇਸ਼ਰ ਵਾਹਿਗੁਰੂ ਵੀ ਐਸਾ ਹੈ, ਫਿਰ ਉਹਨਾਂ ਦੀ ਲਾਜ ਰੱਖਦਾ ਹੈ। ਉਹਨਾਂ ਨੂੰ ਬਚਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਖੜਾ ਹੋ ਜਾਂਦਾ ਹੈ। ਆਪ ਪਰਮੇਸ਼ਰ ਆ ਕੇ ਉਹਨਾਂ ਨੂੰ ਬਚਾਉਂਦਾ ਹੈ। ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ। ਕਹਿੰਦੇ ਪਰਮੇਸ਼ਰ ਵਾਹਿਗੁਰੂ ਐਸਾ ਹੈ ਕਿ ਇੱਕ ਸੰਸਾਰ ਸਮੁੰਦਰ ਤੋਂ ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰਿਆਂ ਨੂੰ ਗਲ ਨਾਲ ਲਾ ਕੇ ਬਚਾ ਲੈਂਦਾ ਹੈ। ਜਿਵੇਂ ਕਿ ਕੁਛ ਵੀ ਮੂਹਰੇ ਹੋਵੇ, ਇੱਕ ਮਾਂ ਹੈ, ਉਹਦੇ ਕੋਲ ਜੇ ਬੱਚਾ ਆ, ਬੱਚਾ ਮੰਨ ਲਓ ਡਿੱਗਣ ਲੱਗਿਆ, ਮੂਹਰੇ ਟੋਇਆ ਆ, ਅਤੇ ਮਾਂ ਨੇ ਭੱਜ ਕੇ ਬੱਚੇ ਨੂੰ ਉਠਾ ਲਿਆ ਹੋਵੇ, ਗਲ ਨਾਲ ਲਾ ਲਿਆ ਹੋਵੇ, ਭਾਵ ਕਿ ਉਹ ਡਿੱਗਣੋਂ ਬੱਚਾ ਬਚ ਜਾਏਗਾ। ਇਸੇ ਤਰ੍ਹਾਂ ਪਰਮੇਸ਼ਰ ਹੈ ਕਿ ਜਿਵੇਂ ਸਾਹਮਣੇ ਟੋਇਆ ਹੋਵੇ, ਅੱਗ ਜਲਦੀ ਹੋਵੇ, ਪਰਮੇਸ਼ਰ ਨੂੰ ਪਤਾ ਅੱਗੇ ਇਹਨੇ ਡਿੱਗ ਜਾਣਾ ਹੈ, ਅੱਗੇ ਇਹਨੇ ਸੜ ਜਾਣਾ ਹੈ, ਅਤੇ ਪਰਮੇਸ਼ਰ ਆਪ ਖੜਾ ਹੋ ਜਾਂਦਾ, ਆ ਕੇ ਆਪਣੇ ਪਿਆਰਿਆਂ ਨੂੰ ਗਲ ਨਾਲ ਲਾ ਕੇ ਬਚਾ ਲੈਂਦਾ। ਸਗਲ ਮਨੋਰਥ ਪ੍ਰਭ ਤੇ ਪਾਏ, ਅਤੇ ਰੱਬ ਦੇ ਪਿਆਰੇ ਫਿਰ ਆਪਣੇ ਪਰਮੇਸ਼ਰ ਤੋਂ ਸਾਰੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਕਰ ਲੈਂਦੇ ਨੇ, ਸਾਰੀਆਂ ਖੁਸ਼ੀਆਂ ਪਰਮੇਸ਼ਰ ਕੋਲੋਂ ਲੈ ਲੈਂਦੇ ਨੇ। ਅੱਗੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਸੰਸਾਰ ਸਾਗਰ ਮੈਂ ਜਲ ਨਾ ਦੀਨੇ, ਕਿਨੈ ਨਾ ਦੂਤਰ ਭਾਖੇ। ਕਹਿੰਦੇ ਮਾਲਕ ਵਾਹਿਗੁਰੂ ਤੇ ਐਸਾ ਹੈ ਕਿ ਸੰਸਾਰ ਸਮੁੰਦਰ ਜਿਹੜੀ ਅੱਗ ਦੀ ਨਿਆਈ ਹੈ, ਇਹਦੇ ਵਿੱਚ ਜਲ ਨਹੀਂ ਦਿੰਦਾ, ਕਿਨੈ ਨਾ ਦੂਤਰ ਭਾਖੇ। ਅਤੇ ਕਹਿੰਦੇ ਜਿਹੜੇ ਰੱਬ ਦੇ ਪੂਰਨ ਪਰਮੇਸ਼ਰ 'ਤੇ ਭਰੋਸਾ ਰੱਖਣ ਵਾਲੇ ਨੇ, ਜਿਨ੍ਹਾਂ ਨੂੰ ਵਿਸ਼ਵਾਸ ਹੈ ਕਿ ਪਰਮੇਸ਼ਰ ਬਚਾਉਣ ਜ਼ਰੂਰ ਆਉਂਦਾ ਹੈ, ਪੂਰਨ ਭਰੋਸਾ ਹੈ, ਕਿਨੈ ਨਾ ਦੂਤਰ ਭਾਖੇ। ਕਹਿੰਦੇ ਇਹੋ ਜਿਹੇ ਰੱਬ ਦੇ ਪਿਆਰੇ ਕਦੇ ਵੀ ਇਹ ਗੱਲ ਨਹੀਂ ਕਹਿੰਦੇ ਕਿ ਸੰਸਾਰ ਸਮੁੰਦਰ ਨੂੰ ਲੰਘਣਾ ਬੜਾ ਔਖਾ, ਸੰਸਾਰ ਸਮੁੰਦਰ ਨੂੰ ਤਰਨਾ ਬੜਾ ਔਖਾ ਆ। ਔਖੀ ਵਾਲੀ ਗੱਲ ਉਹ ਕਹਿੰਦੇ ਹੀ ਨਹੀਂ, ਕਿਉਂਕਿ ਪਰਮੇਸ਼ਰ ਬਿਰਾਜਮਾਨ ਹੈ, ਉਹਨਾਂ ਨੂੰ ਪਤਾ ਪਰਮੇਸ਼ਰ ਬਚਾਉਣ ਵਾਲਾ ਹੈ। ਸੰਸਾਰ ਸਮੁੰਦਰ ਨੂੰ ਲੰਘਣਾ ਔਖਾ ਨਹੀਂ, ਇਸ ਕਰਕੇ ਉਹ ਮਾਲਕ ਵਾਹਿਗੁਰੂ ਰੱਬ ਦੇ ਪਿਆਰੇ ਇੰਨੀ ਗੱਲ ਕਹਿੰਦੇ ਕਿ ਸੰਸਾਰ ਸਮੁੰਦਰ ਨੂੰ ਲੰਘਣਾ ਔਖਾ ਨਹੀਂ ਹੈ। ਬਾਕੀ ਸਾਰੇ ਕਹਿ ਰਹੇ ਆ ਕਿ ਸੰਸਾਰ ਸਮੁੰਦਰ ਨੂੰ ਲੰਘਣਾ ਬੜਾ ਹੀ ਔਖਾ ਆ, ਬੜਾ ਹੀ ਔਖਾ ਆ। ਔਖਾ ਕਿਉਂ ਲੱਗ ਰਿਹਾ? ਕਿਉਂਕਿ ਗੁਰੂ ਦੇ ਸਨਮੁਖ ਨਹੀਂ ਹਾਲੇ ਆਏ, ਹਾਲੇ ਗੁਰੂ ਦੇ ਬਣੇ ਨਹੀਂ, ਤਾਂ ਕਰਕੇ ਸਭ ਕੁਝ ਹੀ ਔਖਾ ਲੱਗ ਰਿਹਾ ਹੈ। ਜਿਵੇਂ ਕਿ ਸਕੂਲ ਦੇ ਵਿੱਚ ਆਪਾਂ ਪੜ੍ਹਦੇ ਹਾਂ, ਸਵਾਲ ਪਹਿਲਾਂ ਬੜਾ ਔਖਾ ਲੱਗਦਾ ਹੁੰਦਾ, ਪਰ ਉਹ ਸੌਖਾ ਕਦੋਂ ਲੱਗਣ ਲੱਗ ਜਾਂਦਾ ਹੈ? ਜਦੋਂ ਟੀਚਰ ਉਸ ਨੂੰ ਆਪਾਂ ਨੂੰ ਸਮਝਾ ਦਿੰਦਾ ਵੀ ਇਹਦਾ ਇੱਦਾਂ ਫਾਰਮੂਲਾ ਲੱਗਣਾ ਆ, ਇੱਦਾਂ ਇਹਨੇ ਸੋਲਵ ਹੋਣਾ ਆ, ਉਦੋਂ ਸਾਨੂੰ ਉਹੀ ਚੀਜ਼ ਸੌਖੀ ਲੱਗਣ ਲੱਗ ਜਾਂਦੀ। ਆਪਾਂ ਕਹਿੰਦੇ ਲੈ ਇਹ ਤਾਂ ਔਖੀ ਬੜੀ ਸਮਝਣ ਦੇ ਸੀ ਆਪਾਂ, ਇਹ ਤਾਂ ਸੌਖਾ ਹੀ ਬੜਾ ਆ। ਕਹਿੰਦੇ ਨਹੀਂ ਸੀ ਹੁੰਦੇ ਇਹ ਤਾਂ ਪ੍ਰਸ਼ਨ ਬੜਾ ਹੀ ਸੌਖਾ ਸੀ, ਆਪਾਂ ਤਾਂ ਉੱਦਾਂ ਹੀ ਕਹੀ ਜਾਂਦੇ ਬੜਾ ਔਖਾ ਆ। ਕਦੋਂ ਸੌਖਾ ਹੋਇਆ? ਜਦੋਂ ਗੁਰੂ ਨੇ ਸਮਝਾਇਆ, ਉਦੋਂ ਸੌਖਾ ਹੋਇਆ। ਇਹ ਸੰਸਾਰ ਵੀ ਬੜਾ ਔਖਾ ਲੱਗ ਰਿਹਾ, ਵੀ ਤਰਨਾ ਬੜਾ ਔਖਾ ਆ, ਪਰ ਗੁਰੂ ਦੇ ਚਰਨਾਂ ਦੇ ਨਾਲ ਜਿਹੜੇ ਜੁੜ ਗਏ, ਉਹ ਕਹਿੰਦੇ ਆ ਕਿ ਇਹ ਸੰਸਾਰ ਸਮੁੰਦਰ ਨੂੰ ਲੰਘਣਾ ਕੋਈ ਔਖਾ ਨਹੀਂ। ਅੱਗੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ। ਜਿਨ ਕੈ ਮਨ ਸਾਚਾ ਵਿਸ਼ਵਾਸ, ਜਿਨ੍ਹਾਂ ਦੇ ਮਨ ਦੇ ਵਿੱਚ ਪੂਰਨ ਵਿਸ਼ਵਾਸ ਹੈ, ਕਿਉਂਕਿ ਸਾਰੀ ਗੱਲ ਹੀ ਵਿਸ਼ਵਾਸ 'ਤੇ ਖੜੀ ਹੋਈ ਹੈ। ਹਰੇਕ ਚੀਜ਼ ਵਿਸ਼ਵਾਸ 'ਤੇ ਖੜੀ ਹੋਈ ਹੈ। ਪਤੀ ਅਤੇ ਪਤਨੀ ਦਾ ਰਿਸ਼ਤਾ ਕਹੀਏ, ਇਹ ਵੀ ਵਿਸ਼ਵਾਸ 'ਤੇ ਖੜ੍ਹਿਆ ਹੈ। ਰਿਸ਼ਤੇਦਾਰੀਆਂ ਸਾਡੀਆਂ, ਇਹ ਵੀ ਵਿਸ਼ਵਾਸ 'ਤੇ ਖੜ੍ਹੀਆਂ। ਕਾਰੋਬਾਰ ਚੱਲ ਰਹੇ, ਇੱਕ ਦੂਜੇ ਦੇ ਨਾਲ ਲੈਣ ਦੇਣ ਕਰਦੇ ਹਾਂ, ਉਹ ਵੀ ਵਿਸ਼ਵਾਸ 'ਤੇ ਖੜ੍ਹਾ ਹੈ। ਸਭ ਕੁਝ ਹੀ ਵਿਸ਼ਵਾਸ 'ਤੇ ਖੜ੍ਹਾ ਹੈ। ਅਤੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਜੇ ਵਿਸ਼ਵਾਸ ਟੁੱਟ ਜਾਏ ਸਭ ਕੁਝ ਹੀ ਚੂਰ ਚੂਰ ਹੋ ਜਾਂਦਾ ਹੈ। ਇਸੇ ਕਰਕੇ ਜਿਨ੍ਹਾਂ ਦਾ ਰੱਬ 'ਤੇ ਪੂਰਨ ਵਿਸ਼ਵਾਸ ਹੈ, ਸ਼ਰਧਾ ਹੈ, ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਪੇਖ ਪੇਖ ਸੁਆਮੀ ਕੀ ਸੋਭਾ, ਆਨੰਦ ਸਦਾ ਉਲਾਸ। ਕਹਿੰਦੇ ਜਿਨ੍ਹਾਂ ਨੂੰ ਰੱਬ 'ਤੇ ਪੂਰਨ ਵਿਸ਼ਵਾਸ ਹੁੰਦਾ ਹੈ, ਵਿਸ਼ਵਾਸ ਜਿਨ੍ਹਾਂ ਦਾ ਕਦੇ ਵੀ ਡੋਲਦਾ ਨਹੀਂ। ਪੇਖ ਪੇਖ ਸੁਆਮੀ ਕੀ ਸੋਭਾ, ਕਹਿੰਦੇ ਰੱਬ ਦੀ, ਉਹ ਪਰਮੇਸ਼ਰ ਦੀ ਸੋਭਾ ਵੇਖ ਵੇਖ ਕੇ ਆਨੰਦ ਸਦਾ ਉਲਾਸ, ਕਹਿੰਦੇ ਹਮੇਸ਼ਾ ਹੀ ਆਨੰਦ ਦੇ ਵਿੱਚ ਆ ਜਾਂਦੇ ਆ, ਖੁਸ਼ੀ ਦਾ ਪ੍ਰਗਟਾਵਾ ਕਰਦੇ ਆ। ਰੱਬ ਦੀਆਂ ਜਿਹੜੀਆਂ ਵਡਿਆਈਆਂ ਨੇ ਉਹਨਾਂ ਨੂੰ ਵੇਖ ਵੇਖ ਕੇ ਬੜੇ ਪ੍ਰਸੰਨ ਹੁੰਦੇ।
ਰੱਬ ਦੇ ਕੋਤਕ ਵੇਖ ਕੇ ਰੱਬ ਦੇ ਪਿਆਰੇ ਮੁਸਕਰਾਈ ਜਾਂਦੇ ਆ, ਖੁਸ਼ ਹੋਈ ਜਾਂਦੇ ਆ। ਅਤੇ ਦੂਸਰਾ ਵੇਖਣ ਵਾਲਾ ਕਈ ਵਾਰ ਕੋਲ ਬੈਠਾ ਹੁੰਦਾ ਆ, ਉਹ ਕਹਿੰਦੇ ਕਮਲਾ ਉੱਦਾਂ ਹੀ ਹੱਸੀ ਜਾਂਦਾ ਹੈ, ਇਹਨੂੰ ਪਤਾ ਨਹੀਂ ਕੀ ਨਜ਼ਰ ਆ ਰਿਹਾ ਹੈ, ਇਹ ਉੱਦਾਂ ਹੀ ਹੱਸੀ ਜਾਂਦਾ ਹੈ। ਉਹ ਕੀ ਹੈ, ਉਹ ਰੱਬ ਦੀ ਵਡਿਆਈ ਵੇਖ ਕੇ ਰੱਬ ਦੇ ਪਿਆਰੇ ਹੱਸਦੇ ਹੁੰਦੇ ਆ। ਹਰੇਕ ਚੀਜ਼ ਦੇ ਵਿੱਚੋਂ ਉਹ ਵਡਿਆਈ ਵੇਖਦੇ ਆ। ਹੁਣ ਇੱਥੇ ਪਰਮੇਸ਼ਰ ਕੀ ਕਰ ਰਿਹਾ ਹੈ, ਇੱਥੇ ਹੁਣ ਪਰਮੇਸ਼ਰ ਕੀ ਕਰਦਾ, ਇੱਥੇ ਕੀ ਕਰਦਾ ਹੈ। ਰੱਬ ਦੇ ਪਿਆਰੇ ਜਦੋਂ ਵੇਖਦੇ ਤੇ ਮੁਸਕਰਾਈ ਜਾਂਦੇ ਵੀ ਹੁਣ ਪਰਮੇਸ਼ਰ ਆਹ ਕੁਝ ਕਰ ਰਿਹਾ ਹੈ, ਅਤੇ ਦੂਸਰੇ ਨੂੰ ਸਮਝ ਹੀ ਨਹੀਂ ਆਉਂਦਾ। ਉਹ ਕਹਿੰਦੇ ਕਮਲੇ ਵਾਂਗੂ ਹੱਸੀ ਜਾਂਦਾ, ਉੱਦਾਂ ਹੀ ਮੁਸਕਰਾਈ ਜਾਂਦਾ ਹੈ। ਇਹ ਕੀ ਹੈ, ਕਹਿੰਦੇ ਰੱਬ ਦੇ ਪਿਆਰਿਆਂ ਨੂੰ ਰੱਬ ਦੀ ਖੇਡ ਦਾ ਸਮਝ ਦਾ ਪਤਾ ਲੱਗਦਾ, ਦੂਸਰੇ ਨੂੰ ਪਤਾ ਨਹੀਂ ਲੱਗਦਾ ਕਿ ਰੱਬ ਦੀ ਖੇਡ ਕੀ ਵਰਤ ਰਹੀ ਹੈ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੂੰ ਪੂਰਨ ਰੱਬ ਤੇ ਪਰਮੇਸ਼ਰ ਤੇ ਆਪਣੇ ਗੁਰੂ ਤੇ ਵਿਸ਼ਵਾਸ ਹੈ, ਉਹ ਆਪਣੇ ਪਰਮੇਸ਼ਰ ਦੀ ਵਡਿਆਈ ਨੂੰ ਵੇਖ ਵੇਖ ਕੇ ਆਨੰਦ ਦੇ ਵਿੱਚ ਰਹਿੰਦੇ ਆ, ਖੁਸ਼ੀ ਦਾ ਪ੍ਰਗਟਾਵਾ ਕਰਦੇ ਆ। ਅੱਗੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਨੇ, ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ। ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ। ਗੁਰੂ ਦੇ ਚਰਨ ਕਮਲਾਂ ਦੇ ਵਿੱਚ ਜਿਹੜੇ ਆ ਗਏ, ਗੁਰੂ ਕੀ ਸ਼ਰਨ ਵਿੱਚ ਜਿਹੜੇ ਆ ਗਏ, ਗੁਰੂ ਕੀ ਸ਼ਰਨ ਵਿੱਚ ਆ ਕੇ ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨ ਫੜ ਲਏ। ਇਹ ਵੀ ਗੱਲ ਨਾਲ ਕੱਲਾ ਸ਼ਰਨ ਦੇ ਵਿੱਚ ਆ ਜਾਣਾ, ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਸ਼ਰਨ ਵਿੱਚ ਆ ਗਏ, ਮੱਥਾ ਟੇਕਿਆ ਤੇ ਬਾਹਰ। ਅਤੇ ਕਈ ਵਾਰ ਬੜੀ ਭੈੜੀ ਆਦਤ ਪਈ ਹੋਈ ਆਪਣੇ ਕਈ ਸੰਗਤਾਂ ਨੂੰ ਕਿ ਜਦੋਂ ਅਰਦਾਸ ਹੋਣ ਲੱਗਦੀ ਹੈ ਨਾ, ਉਦੋਂ ਪਤਾ ਨਹੀਂ ਕੀ ਹੁੰਦਾ, ਇੱਕੋ ਦਮ ਉੱਠ ਕੇ ਬਾਹਰ ਨੂੰ ਐਂ ਭੱਜਦੇ ਜਿਵੇਂ ਪਤਾ ਨਹੀਂ ਬਾਹਰ ਕੀ ਪਿਆ ਹੁੰਦਾ। ਭਾਈ ਇਹ ਬੜੀ ਵੱਡੀ ਗਲਤੀ ਹੈ ਸਾਡੀ। ਗੁਰੂ ਵੇਖਦਾ ਹੁੰਦਾ, ਹੁਣ ਅਰਦਾਸ ਹੋਣ ਲੱਗੀ, ਹਾਜ਼ਰੀ ਲੱਗਣ ਲੱਗੀ ਹੈ, ਇਹ ਉੱਠ ਕੇ ਬਾਹਰ ਨੂੰ ਭੱਜ ਲਿਆ। ਅਰਦਾਸ ਦੇ ਵਿੱਚ ਹਾਜ਼ਰੀ ਲੱਗਦੀ ਹੁੰਦੀ ਹੈ, ਸੁਣ ਲਿਓ ਧਿਆਨ ਦੇ ਨਾਲ। ਜਿਵੇਂ ਕਿ ਸਕੂਲ ਦੇ ਵਿੱਚ ਜਾਈਏ ਤਾਂ ਉਦੋਂ ਹਾਜ਼ਰੀ ਲੱਗਦੀ ਹੈ, ਜਦੋਂ ਤੱਕ ਹਾਜ਼ਰੀ ਨਾ ਲੱਗੇ ਤਾਂ ਬੱਚਾ ਉਦੋਂ ਤੱਕ, ਜੇ ਹਾਜ਼ਰੀ ਨਹੀਂ ਲੱਗੀ ਤਾਂ ਗੈਰ ਹਾਜ਼ਰ ਹੋ ਜਾਣਾ ਆ। ਉੱਥੇ ਹਾਜ਼ਰੀ ਬੋਲਣੀ ਪੈਂਦੀ। ਆਪਾਂ ਪੜ੍ਹੇ ਲਿਖੇ ਹਾਂ ਸਾਰੇ ਹੀ, ਸਕੂਲਾਂ ਦੇ ਵਿੱਚ ਜਾਂਦੇ ਹਾਂ ਅਤੇ ਹਾਜ਼ਰੀ ਲੱਗਦੀ, ਚਾਹੇ ਆਪਾਂ ਸਵੇਰ ਤੋਂ ਜਾ ਕੇ ਬੈਠੇ ਰਹੀਏ, ਵੀ ਜਦੋਂ ਜਿੰਦਾ ਖੁੱਲ੍ਹਿਆ ਜਦੇ ਜਾ ਕੇ ਬੈਠ ਗਏ ਉੱਥੇ, ਪਰ ਜਦੋਂ ਹਾਜ਼ਰੀ ਲੱਗਣੀ ਉਦੋਂ ਹੀ ਤੂੰ ਪ੍ਰੈਜ਼ੈਂਟ ਗਿਣਿਆ ਜਾਣਾ ਵੀ ਹਾਂ ਤੂੰ ਹਾਜ਼ਰ ਹੋਇਆ। ਜਦੋਂ ਤੂੰ ਹਾਜ਼ਰੀ ਬੋਲਣੀ ਹੈ ਉਦੋਂ ਹਾਜ਼ਰ ਗਿਣਿਆ ਜਾਣਾ, ਭਾਵੇਂ ਸਵੇਰ ਦਾ ਜਾ ਕੇ ਬੈਠਾ ਰਹਿ। ਹਾਜ਼ਰੀ ਬੋਲੇ ਨਾ, ਹਾਜ਼ਰੀ ਵੇਲੇ ਉੱਠ ਕੇ ਬਸਤਾ ਲੈ ਕੇ ਘਰ ਨੂੰ ਆ ਜਾਵੇ ਬੰਦਾ, ਉਹ ਬੱਚਾ, ਉਹਨੇ ਫਿਰ ਗੈਰ ਹਾਜ਼ਰ ਗਿਣਿਆ ਜਾਣਾ ਵੀ ਇਹ ਗੈਰ ਹਾਜ਼ਰ ਹੈ। ਇਸੇ ਤਰ੍ਹਾਂ ਅਰਦਾਸ ਦੇ ਵਿੱਚ ਹਾਜ਼ਰੀ ਲੱਗਦੀ ਹੈ ਸਾਡੀ, ਅਤੇ ਆਪਾਂ ਉੱਠ ਕੇ ਬਾਹਰ ਨੂੰ ਉਦੋਂ ਭੱਜ ਲੈਂਦੇ ਵੀ ਅਰਦਾਸ ਹੋਣ ਲੱਗੀ ਹੈ, ਫਟਾਫਟ ਬਾਹਰ ਨੂੰ ਚਲੋ। ਇਸੇ ਕਰਕੇ ਭਾਈ ਇਹ ਗਲਤੀ ਨਹੀਂ ਕਰਨੀ। ਹਾਂ, ਜੇ ਕੋਈ ਜ਼ਰੂਰੀ ਕੰਮ ਹੈ ਆਪਣਾ ਪਹਿਲਾਂ ਹੀ ਚਲੇ ਜਾਓ। ਇਹ ਨਹੀਂ ਵੀ ਅਰਦਾਸ ਹੁਣ ਹੋਣ ਲੱਗੀ ਹੈ ਅਤੇ ਉੱਠ ਕੇ ਜਦੇ ਬਾਹਰ ਨੂੰ, ਹੁਕਮਨਾਮਾ ਸਾਹਿਬ ਹੋਣ ਲੱਗਿਆ ਉੱਠ ਕੇ ਬਾਹਰ ਨੂੰ। ਇਹ ਭਾਈ ਸਾਡੀਆਂ ਗਲਤੀਆਂ ਨੇ, ਗਲਤੀਆਂ। ਇਹ ਮੁੜ ਕੇ ਆਪਾਂ ਫਿਰ ਕਹਿੰਦੇ ਪਤਾ ਨਹੀਂ ਕਿਹੜੀ ਗਲਤੀ ਕੀਤੀ ਅਤੇ ਇਹ ਪਤਾ ਨਹੀਂ ਸਾਡੇ ਨਾਲ ਕੰਮ ਕਿਉਂ ਹੋ ਗਿਆ। ਗਲਤੀਆਂ ਤਾਂ ਆਪਾਂ ਖੁਦ ਕਰ ਰਹੇ ਹਾਂ, ਗਲਤੀਆਂ ਅਸੀਂ ਇਹ ਖੁਦ ਕਰਦੇ ਹਾਂ, ਫਿਰ ਇਹਨਾਂ ਦਾ ਪਛਤਾਵਾ ਕਰਨਾ ਬੜਾ ਔਖਾ ਹੁੰਦਾ। ਇਸੇ ਕਰਕੇ ਗੁਰੂ ਸਾਹਿਬ ਦੀ ਜਿਹੜੀ ਮਰਿਆਦਾ ਹੈ ਉਹਨੂੰ ਬਰਕਰਾਰ ਰੱਖਣਾ ਹੈ। ਅਰਦਾਸ ਹੋਣ ਲੱਗੀ ਹੈ ਅਤੇ ਟਿਕ ਕੇ ਖੜ੍ਹ ਜਾਓ, 5 ਮਿੰਟ ਨਾਲ ਕੀ ਹੋ ਚਲਿਆ। ਆਪਾਂ ਉੱਠ ਕੇ ਬਾਹਰ ਜਾ ਕੇ ਭਾਵੇਂ ਖੜ੍ਹੇ ਰਹੀਏ, ਇੱਥੇ 5 ਮਿੰਟ ਲੱਗਣੇ ਆ ਅਰਦਾਸ ਨੂੰ, ਬਾਹਰ ਭਾਵੇਂ 15 ਮਿੰਟ ਖੜ੍ਹੇ ਰਹੀਏ, ਉਦੋਂ ਨਹੀਂ ਟਾਈਮ ਨਜ਼ਰ ਆਉਂਦਾ। ਇੱਥੇ ਟਾਈਮ ਨਜ਼ਰ ਆ ਜਾਂਦਾ ਵੀ ਹੁਣ ਅਰਦਾਸ ਹੋਣ ਲੱਗੀ, ਹੁਣ 5-7 ਮਿੰਟ ਲੱਗਣਗੇ, ਖੜ੍ਹਨਾ ਪਊ, ਵਾਹਿਗੁਰੂ ਨਾਲ ਕਹਿਣਾ ਪਊ, ਬੜਾ ਔਖਾ ਲੱਗ ਰਿਹਾ, ਬਾਹਰ ਨੂੰ ਭੱਜ ਰਹੇ ਹਾਂ। ਇਸੇ ਕਰਕੇ ਇਹ ਵੀ ਨਾਲ ਜ਼ਰੂਰੀ ਬੇਨਤੀ ਹੈ ਵੀ ਜਿਹੜੀਆਂ ਸੰਗਤਾਂ ਅਰਦਾਸ ਹੋਣ ਵੇਲੇ ਬਾਹਰ ਚਲੀਆਂ ਜਾਂਦੀਆਂ, ਭਾਈ 5-7 ਮਿੰਟ ਦੀ ਕੋਈ ਗੱਲ ਨਹੀਂ, ਖੜ੍ਹ ਜਾਇਆ ਕਰੋ। ਸਤਿਗੁਰ ਦੇ ਚਰਨਾਂ ਦੇ ਵਿੱਚ ਉਦੋਂ ਹਾਜ਼ਰੀ ਲੱਗਦੀ। ਇਸੇ ਕਰਕੇ ਪਾਤਸ਼ਾਹ ਜੀ ਹੁਣ ਕਿਰਪਾ ਕਰ ਰਹੇ ਨੇ, ਚਰਨ ਸ਼ਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ। ਕਹਿੰਦੇ ਗੁਰੂ ਕੀ ਸ਼ਰਨ ਵਿੱਚ ਆ ਕੇ ਸਤਿਗੁਰਾਂ ਦੇ ਚਰਨ ਫੜ ਲਈਏ। ਗੁਰੂ ਕੀ ਸ਼ਰਨ ਵਿੱਚ ਆ ਕੇ ਸਤਿਗੁਰਾਂ ਦੇ ਚਰਨ ਫੜ ਲਈਏ। ਇਹ ਨਾ ਹੋਵੇ ਸ਼ਰਨ 'ਤੇ ਆ ਗਏ, ਚਰਨ ਸਤਿਗੁਰਾਂ ਦੇ ਫੜੇ ਨਹੀਂ, ਜਿਹੜਾ ਕੰਮ ਕਰਨ ਆਇਆ ਸੀ ਉਹ ਤਾਂ ਕੀਤਾ ਨਹੀਂ, ਜਿਵੇਂ ਆਇਆ ਉਵੇਂ ਚਲਿਆ ਗਿਆ, ਸਤਿਗੁਰਾਂ ਦੇ ਚਰਨਾਂ ਨੂੰ ਨਹੀਂ ਫੜਿਆ। ਸਤਿਗੁਰ ਦੇ ਚਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਸਤਿਗੁਰਾਂ ਦੀ ਬਾਣੀ ਹੈ, ਸਤਿਗੁਰਾਂ ਦਾ ਨਾਮ ਹੈ। 5 ਮਿੰਟ ਬੈਠ ਕੇ ਜਪ ਲਿਆ, 5 ਮਿੰਟ ਬੈਠ ਕੇ ਭਜਨ ਬੰਦਗੀ ਕਰ ਲਈ, ਜਾਂ ਗੁਰਬਾਣੀ ਨੂੰ ਪੜ੍ਹ ਲਿਆ, ਜਾਂ ਗੁਰਬਾਣੀ ਨੂੰ ਸੁਣ ਲਿਆ। ਇਹ ਕੀ ਹੈ? ਸਤਿਗੁਰਾਂ ਦੇ ਚਰਨਾਂ ਨੂੰ ਪਕੜਨਾ, ਇਹਨੂੰ ਕਹਿੰਦੇ ਸਤਿਗੁਰੂ ਦੀ ਸੰਗਤ ਕਰਨੀ। ਅਤੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਚਰਨ ਸ਼ਰਨ ਗੁਰੂ ਕੇ
ਸ਼ਰਨ ਦੇ ਵਿੱਚ ਆ ਕੇ ਗੁਰੂ ਦੇ ਚਰਨ ਪਕੜਨੇ ਨੇ। ਪੂਰਨ ਪਰਮੇਸ਼ਰ, ਜਿਹੜਾ ਪੂਰਾ ਪਰਮੇਸ਼ਰ ਹੈ, ਜਿਹੜਾ ਥਾਂ ਥਾਂ ਤੈਨੂੰ ਬਚਾਉਣ ਵਾਲਾ ਆ, ਉਹ ਜਿਹੜੇ ਸਤਿਗੁਰ ਨੇ ਤੇਰੇ ਕੰਮ ਆਉਣਾ ਆ। ਅੰਤਰਜਾਮੀ ਸਾਖਿਓ, ਕਹਿੰਦੇ ਉਹ ਮਾਲਕ ਵਾਹਿਗੁਰੂ ਜਿਹੜਾ ਹਰੇਕ ਦੇ ਨਾਲੇ ਦਿਲ ਦੀ ਜਾਣਨ ਵਾਲਾ ਆ। ਇਹੋ ਜਿਹੇ ਮਾਲਕ ਵਾਹਿਗੁਰੂ ਦੇ ਚਰਨਾਂ ਨੂੰ ਪਕੜਨਾ ਆ, ਇਹੋ ਜਿਹੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜਨਾ ਹੈ। ਤੇ ਜਿਹੜੇ ਜੁੜ ਗਏ, ਪਾਤਸ਼ਾਹ ਜੀ ਅੱਗੇ ਕਿਰਪਾ ਕਰ ਰਹੇ ਨੇ, ਜਾਨ ਬੂਝ ਆਪਣਾ ਕੀਓ, ਨਾਨਕ ਭਗਤਨ ਕਾ ਅੰਕੁਰ ਰਾਖਿਓ। ਹੁਣ ਜਿਹੜਾ ਭਾਈ ਜੁੜ ਗਿਆ, ਜਿਹਨੇ ਸਵੀਕਾਰ ਕਰ ਲਿਆ, ਜਿਹੜਾ ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨਣ ਲੱਗ ਗਿਆ, ਗੱਲ ਮੰਨਣ ਤੇ ਖੜੀ ਹੈ। ਪੜ੍ਹਨ ਵਾਲੇ ਬੜੇ ਨੇ, ਸੁਣਨ ਵਾਲੇ ਬੜੇ ਨੇ, ਗੱਲ ਮੰਨਣ ਤੇ ਖੜੀ ਹੈ। ਮੰਨਣ ਵਾਲੇ ਕਿੰਨੇ ਨੇ? ਮੰਨਣ ਤੇ ਗੱਲ, ਮੰਨੇ ਕੀ ਗਤ ਕਹੀ ਨਾ ਜਾਏ। ਸਤਿਗੁਰੂ ਤੇ ਇਹ ਗੱਲ ਕਹਿੰਦੇ, ਜਿਹੜਾ ਮੰਨ ਲੈਂਦਾ ਉਹਦੀ ਤਾਂ ਗਤ ਬਿਆਨ ਨਹੀਂ ਕੀਤੀ ਜਾ ਸਕਦੀ। ਗੱਲ ਸਾਰੀ ਮੰਨਣ ਤੇ ਖੜੀ ਹੈ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਿਨ੍ਹਾਂ ਨੇ ਮੰਨ ਲਿਆ, ਸਵੀਕਾਰ ਕਰ ਲਿਆ, ਪੂਰਨ ਪਰਮੇਸ਼ਰ ਤੇ ਭਰੋਸਾ ਬਣਾ ਲਿਆ, ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਾਨ ਬੂਝ ਆਪਣਾ ਕੀਓ। ਕਹਿੰਦੇ ਸਾਰਾ ਕੁਝ ਜਾਣ ਕੇ, ਸਾਰਾ ਕੁਝ ਬੁੱਝ ਕੇ, ਸਮਝ ਕੇ ਪਰਮੇਸ਼ਰ ਨੇ। ਆਪਾਂ ਕੀ ਪਰਮੇਸ਼ਰ ਨੂੰ ਕਮਲਾ ਸਮਝਿਆ ਵੀ ਪਰਮੇਸ਼ਰ ਨੂੰ ਕੋਈ ਪਤਾ ਨਹੀਂ ਲੱਗ ਰਿਹਾ? ਉਹ ਸਭ ਕੁਝ ਜਾਣਦਾ ਹੈ, ਸਭ ਕੁਝ ਬੁੱਝ ਰਿਹਾ। ਉਹ ਸਾਰਾ ਸਾਡਾ ਹਿਸਾਬ ਕਿਤਾਬ ਇੱਕ ਖਿੰਨ ਦੇ ਵਿੱਚੋਂ ਲਾ ਲੈਂਦਾ ਆ। ਉਹ ਸਾਰਾ ਕੁਝ ਵੇਖ ਰਿਹਾ ਹੈ। ਆਪਾਂ ਨੂੰ ਹਾਲੇ ਹਿਸਾਬ ਲਾਉਣ ਨੂੰ ਟਾਈਮ ਲੱਗ ਜਾਂਦਾ, ਉਹਨੂੰ ਹਿਸਾਬ ਲਾਉਣ ਨੂੰ ਟਾਈਮ ਨਹੀਂ ਲੱਗਦਾ। ਉਹ ਪਰਲੋ ਲਿਆਉਣ ਨੂੰ ਟਾਈਮ ਨਹੀਂ ਲਾਉਂਦਾ। ਇੱਕ ਖਿੰਨ ਦੇ ਵਿੱਚ ਸਭ ਕੁਝ ਐਂ ਖਲਾਰੇ ਹੀ ਪਾ ਦਿੰਦਾ ਫਿਰ ਇੱਕੋ ਵਾਰੀ। ਜੇ ਉਹ ਮਾਲਕ ਵਾਹਿਗੁਰੂ ਬਖਸ਼ਿੰਦ ਹੈ, ਜੇ ਉਹ ਕਿਰਪਾ ਕਰਨ ਵਾਲਾ ਹੈ, ਤਾਂ ਫਿਰ ਜੇ ਉਹ ਚਾਹਵੇ ਤਾਂ ਸਭ ਕੁਝ ਇੱਕ ਖਿੰਨ ਦੇ ਵਿੱਚ ਹੀ ਕਰ ਸਕਦਾ। ਤਹਿ ਸਨੈਸ ਵੀ ਕਰ ਸਕਦਾ, ਸਭ ਕੁਝ ਕਰ ਸਕਦਾ ਹੈ, ਕਿਉਂਕਿ ਉਹ ਪਰਮੇਸ਼ਰ ਹੈ। ਤੇ ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਜਾਨ ਬੂਝ ਆਪਣਾ ਕੀਓ। ਕਹਿੰਦੇ ਸਾਰਾ ਕੁਝ ਜਾਣ ਕੇ, ਬੁੱਝ ਕੇ, ਸਾਨੂੰ ਵੇਖ ਕੇ, ਸਾਨੂੰ ਪਰਖ ਕੇ ਵੀ ਇਹ ਕਿੰਨਾ ਕੁ ਰੱਬ ਦੇ ਨੇੜੇ ਹੈ, ਸਾਰਾ ਕੁਝ ਜਾਣ ਕੇ, ਬੁੱਝ ਕੇ ਆਪਣਾ ਕੀਓ। ਕਹਿੰਦੇ ਵੇਖ ਲਿਆ, ਪਰਮੇਸ਼ਰ ਨੇ ਸਮਝ ਲਿਆ ਵੀ ਆਹ ਮੇਰਾ ਹੈ, ਜਨ ਬਣ ਗਿਆ ਆ, ਇਹ ਹੁਣ ਪੂਰਾ ਅੰਦਰੋਂ ਜੁੜਿਆ ਹੋਇਆ, ਆਪਣਾ ਕੀਓ। ਕਹਿੰਦੇ ਆਪਣਾ ਉਹਨੂੰ ਬਣਾ ਲਿਆ, ਆਪਣੇ ਗਲ ਨਾਲ ਲਾ ਲਿਆ। ਨਾਨਕ ਭਗਤਨ ਕਾ ਅੰਕੁਰ ਰਾਖਿਓ। ਹੁਣ ਪਤਾ ਲੱਗ ਗਿਆ ਇਹ ਮੇਰਾ ਭਗਤ ਬਣ ਗਿਆ ਹੈ, ਇਹ ਭਗਤੀ ਦੇ ਵਿੱਚ ਪੂਰਾ ਹੋ ਗਿਆ, ਇਹ ਮੇਰਾ ਭਗਤ ਬਣ ਗਿਆ। ਕਹਿੰਦੇ ਸੰਸਾਰ ਸਮੁੰਦਰ ਦੇ ਵਿੱਚ ਜਿਹੜੀ ਅੱਗ ਜਲ ਰਹੀ ਹੈ, ਵਿਕਾਰਾਂ ਦੀ ਅੱਗ, ਇਹਦੇ ਵਿੱਚੋਂ ਆਪਣੇ ਭਗਤਾਂ ਦੀ ਜਿਹੜੀ ਭਗਤੀ ਦਾ ਅੰਕੁਰ ਹੈ, ਜਿਹੜਾ ਭਗਤੀ ਦਾ ਅੰਕੁਰ ਸਾਡੇ ਅੰਦਰੋਂ ਫੁੱਟਦਾ ਆ, ਮਾਲਕ ਵਾਹਿਗੁਰੂ ਨੇ ਇਸ ਸੰਸਾਰ ਸਮੁੰਦਰ ਦੇ ਵਿੱਚ ਵਿਕਾਰਾਂ ਦੀ ਅੱਗ ਦੇ ਵਿੱਚ ਉਹ ਅੰਕੁਰ ਜਿਹੜਾ ਭਗਤੀ ਦਾ ਉਹਨੂੰ ਜਲਣ ਤੋਂ ਬਚਾ ਲਿਆ। ਨਹੀਂ ਤੇ ਜਲ ਜਾਣਾ ਸੀ ਵਿਕਾਰਾਂ ਦੇ ਵਿੱਚ। ਜਲੇ ਪਏ ਆ ਲੋਕ, ਵਿਕਾਰਾਂ ਦੇ ਵਿੱਚ ਫਸੇ ਪਏ ਆ, ਮਗਨ ਹੋਏ ਪਏ ਆ, ਜਲ ਰਹੇ ਆ। ਪਹਿਲਾਂ ਫਸਦੇ ਆ, ਪਹਿਲਾਂ ਮਿੱਠਾ ਲੱਗਦਾ ਬੜਾ ਵਧੀਆ, ਦਾਖਾਂ ਦੀ ਨਿਆਈ, ਉਹ ਕਿੱਕਰਾਂ ਦੀ ਨਿਆਈ, ਬੜਾ ਉਹ ਮਿੱਠੇ ਲੱਗਦੇ ਆ, ਬੜੇ ਵਧੀਆ ਲੱਗਦੇ ਆ। ਜਿੱਦਾਂ ਹੁਣ ਕਿੱਕਰ ਦੇ ਬੀਜ ਹੁੰਦੇ, ਇੱਕ ਹੁੰਦੇ ਦਾਖਾਂ ਦੇ ਬੀਜ। ਦੋਵਾਂ ਦੇ ਵਿੱਚੋਂ ਵੇਖੋ ਜਿਹੜੇ ਬੀਜ ਕਿਹੜੇ ਸੋਹਣੇ ਲੱਗਣੇ, ਪਹਿਲਾਂ ਕਿੱਕਰਾਂ ਦੇ ਬੀਜ। ਕਿੱਕਰ ਦੇ ਬੀਜ ਬੜੇ ਮੁਲਾਇਮ ਹੁੰਦੇ ਆ, ਦਾਖਾਂ ਦੇ ਬੀਜ ਖੁਰਦਰੇ ਹੁੰਦੇ। ਹੁਣ ਜਦੋਂ ਦੋਵਾਂ ਨੂੰ ਬੀਜਿਆ ਗਿਆ, ਦਾਖਾਂ ਦੇ ਬੀਜਾਂ ਤੋਂ ਬੜੀਆਂ ਵਧੀਆ ਦਾਖਾਂ ਲੱਗੀਆਂ, ਕਿੱਕਰਾਂ ਦੇ ਬੀਜ ਜਿਹੜੇ ਮੁਲਾਇਮ ਮੁਲਾਇਮ ਬੜੇ ਸੋਹਣੇ ਲੱਗ ਰਹੇ ਸੀ, ਉਹਨਾਂ 'ਤੇ ਕੰਡੇ ਲੱਗੇ। ਇੱਦਾਂ ਹੀ ਭਾਈ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਚੰਗੇ ਕਰਮ ਕਰਨੇ, ਪਹਿਲਾਂ ਤਾਂ ਕਰਨੇ ਔਖੇ ਹੀ ਲੱਗਦੇ ਹੈ। ਦਾਖਾਂ ਦੀ ਨਿਆਈ ਹੈ, ਇਹਨਾਂ ਦਾ ਫਲ ਫਿਰ ਦਾਖਾਂ ਰੂਪੀ ਮਿਲਦਾ ਹੈ। ਪਰ ਕਿੱਕਰਾਂ ਦੇ ਬੀਜ ਜਿਹੜੇ ਆਪਾਂ ਇਹ ਵਿਕਾਰ ਕਰ ਰਹੇ ਹਾਂ, ਇਹ ਵਿਕਾਰ ਪਹਿਲਾਂ ਤਾਂ ਬੜੇ ਚੰਗੇ ਲੱਗਦੇ, ਬੜੇ ਬੜੇ ਮੁਲਾਇਮ ਲੱਗਦੇ, ਬੜੇ ਬੜੇ ਸੋਹਣੇ ਲੱਗਦੇ, ਪਰ ਮੁੜ ਕੇ ਇਹਨਾਂ ਨੂੰ ਕੰਡੇ ਲੱਗਦੇ ਆ। ਕੰਡਿਆਂ ਦੀ ਨਿਆਈ, ਫਿਰ ਸੂਲਾਂ ਦੀ ਨਿਆਈ, ਇਹ ਚੁੱਭਦੇ ਹੈ, ਇਹ ਦੁੱਖ ਦਿੰਦੇ ਆ, ਫਿਰ ਬਾਅਦ ਵਿੱਚ ਪਤਾ ਲੱਗਦਾ ਹੈ। ਇਸੇ ਲਈ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਕਿ ਰੱਬ ਨੇ, ਪਰਮੇਸ਼ਰ ਵਾਹਿਗੁਰੂ 'ਤੇ ਜਿਹੜਾ ਭਰੋਸਾ ਰੱਖਣ ਵਾਲਾ ਹੈ, ਪਰਮੇਸ਼ਰ ਨੇ ਸਾਰਾ ਹੀ ਜਾਣ ਬੁੱਝ ਕੇ ਵੀ ਇਹ ਭਗਤੀ ਦੇ ਵਿੱਚ ਪੂਰਾ ਹੁਣ ਮਗਨ ਹੋ ਗਿਆ, ਇਹ ਅੰਦਰੋਂ ਪੂਰਾ ਜੁੜ ਗਿਆ ਹੈ। ਕਹਿੰਦੇ ਪਰਮੇਸ਼ਰ ਵਾਹਿਗੁਰੂ ਨੇ ਸੰਸਾਰ ਸਮੁੰਦਰ ਦੇ ਵਿੱਚ ਜਿਹੜੀ ਵਿਕਾਰਾਂ ਦੀ ਅੱਗ ਜਲ ਰਹੀ ਹੈ, ਇਹਦੇ ਵਿੱਚ ਉਹ ਆਪਣੇ ਪਿਆਰਿਆਂ ਦੀ ਭਗਤੀ ਦਾ ਅੰਕੁਰ ਜਲ ਨਹੀਂ ਦਿੱਤਾ, ਉਹ ਬਰਕਰਾਰ ਰੱਖਿਆ ਹੈ। ਭਾਵੇਂ ਕਿ ਅੱਗ ਜਲ ਰਹੀ ਹੈ ਸਾਰੇ ਪਾਸੇ, ਸੰਸਾਰ ਸਮੁੰਦਰ, ਇਹ ਸੰਸਾਰ ਦੇ ਵਿੱਚ ਹੀ ਸਭ ਕੁਝ ਹੈ, ਵਿਕਾਰਾਂ ਦੀ ਅੱਗ ਸੰਸਾਰ ਵਿੱਚ ਹੀ ਚੱਲ ਰਹੀ ਹੈ, ਪਰ ਰੱਬ ਦੇ ਪਿਆਰੇ ਵਾਹਿਗੁਰੂ ਵਾਹਿਗੁਰੂ ਕਰ ਰਹੇ ਨੇ।
ਸਾਰੇ ਕਹਿ ਰਹੇ ਕਲਯੁਗ ਹੈ, ਕਲਯੁਗ ਹੈ, ਕਲਯੁਗ ਹੈ। ਰੱਬ ਦੇ ਪਿਆਰੇ ਕਹਿੰਦੇ ਸਤਜੁਗੀ ਹੈ। ਕਿਉਂ? ਸਤ ਦੇ ਨਾਲ ਜੁੜੇ ਹੋਏ ਹੈ, ਉਹਨਾਂ ਵਾਸਤੇ ਸਤਜੁਗ ਹੈ। ਜਿਹੜੇ ਕਾਲ ਦੇ ਨਾਲ ਜੁੜੇ ਹੋਏ ਹੈ ਉਹਨਾਂ ਵਾਸਤੇ ਕਲਯੁਗ ਹੈ। ਇਸੇ ਲਈ ਹੈ ਤੇ ਵਿਕਾਰਾਂ ਦੀ ਅੱਗ ਸਾਰੇ ਪਾਸੇ, ਨਿੰਦਿਆ ਚੁਗਲੀ ਸਾਰੇ ਪਾਸੇ ਹੀ ਹੈ, ਪਰ ਇਹਦੇ ਵਿੱਚੋਂ ਬਚਣਾ ਕਿਵੇਂ? ਕਾਲਖ ਦੇ ਸਾਰੇ ਪਾਸੇ ਲੱਗੀ ਹੋਈ ਹੈ। ਰੱਬ ਦੇ ਪਿਆਰੇ ਕਾਲਖ ਦੇ ਵਿੱਚੋਂ ਬਿਲਕੁਲ ਚਿੱਟੇ ਹੋ ਕੇ ਨਿਕਲਦੇ ਹੈ, ਉਹ ਕਾਲਖ ਨੂੰ ਲੱਗਣ ਨਹੀਂ ਦਿੰਦੇ। ਮਨੋਰਥ